ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਅਸੀਂ ਉੱਥੇ ਇਕੱਠੇ ਹੀ ਰਹੇ ਹਾਂ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਸਾਰੇ ਟੂਲਸ ਨੂੰ ਇਹ ਬਹੁਤ ਸੁਚੱਜੇ ਢੰਗ ਨਾਲ ਇਸਤੇਮਾਲ ਕਰਦੇ ਰਹੇ ਨੇ। ਇੱਕੋ ਟੂਲ ਰਹਿ ਗਿਆ ਸੀ ਸਰਕਾਰ ਚਲਾਉਣ ਦਾ, ਉਹ ਇਹਨਾਂ ਨੂੰ ਹੁਣ ਮਿਲ ਗਿਆ। ਸਰਕਾਰਾਂ ਨੂੰ ਕੰਮ ਰੋਕਣ ਦਾ ਟੂਲ ਜਿਹੜਾ ਸੀ ਉਹ ਤੇ ਬਿਹਤਰੀਨ ਚਲਾਇਆ, ਉਹ ਹੁਣ ਤੁਸੀਂ ਸਾਨੂੰ ਫੜਾਤਾ। ਤੋ ਇਸ ਗੱਲ ਕਰ ਦੋਨਾਂ ਦਾ ਤਾਲਮੇਲ ਆਪਸ 'ਚ ਹੋਣਾ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਰੂਰੀ। ਜਿਹੜੇ ਅਫਸਰ ਨੇ ਮਾਨ ਸਾਹਿਬ, ਇਹ ਬੁਰਾ ਨਾ ਮਹਿਸੂਸ ਕਰਿਓ, ਇਹ ਵੀ ਬੜੇ ਪੜ੍ਹੇ ਲਿਖੀ ਕਲਾਸ ਹੈ, ਇਹਨਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮਿਨਿਸਟਰ ਨੂੰ ਨਾ ਹੀ ਸਮਝ ਆਏ ਤੇ ਕੰਮ ਤੁਹਾਡਾ ਸੈੱਟ ਰਹੇਗਾ, ਕਿਉਂਕਿ ਜਦੋਂ ਇਹਨਾਂ ਨੂੰ ਸਮਝ ਆ ਗਈ ਫਿਰ ਇਹਨਾਂ ਦੀ ਸੁਣਵਾਈ ਘਟ ਜਾਣੀ। ਜਿੰਨਾ ਚਿਰ ਮੰਤਰੀ ਨੂੰ ਸਮਝ ਨਾ ਆਉਂਦੀ ਰਹੀ ਇਹਨਾਂ ਦੀ ਸੁਣਵਾਈ ਜਾਰੀ ਰਹਿਣੀ। ਤਾਂ ਇਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ। ਪੁਰਾਣੇ ਤਜਰਬੇਕਾਰ ਮਿਨਿਸਟਰ ਰਹੇ ਨੇ, ਕਿਸੇ ਹੋਰ ਜਮਾਤ ਵਿੱਚ ਸਨ, ਨਾ ਤੁਹਾਡੀ ਨਾ ਮੇਰੀ, ਬਟ ਬਹੁਤ ਪਿਛਲੇ ਦਿਨੀ ਪਰਮਾਤਮਾ ਨੂੰ ਸਵਰਗ ਸੁਧਾਰ ਗਏ ਹੋ। ਉਹਨਾਂ ਨੂੰ ਮਹਿਕਮਾ ਦੇ ਦਿੱਤਾ ਕੋਆਪਰੇਟਿਵਸ ਦਾ। ਉਹਨਾਂ ਨੇ ਆਪਣੇ ਸੈਕਟਰੀ ਨੂੰ ਸੱਦ ਕੇ ਇਹ ਗੱਲ ਕਹੀ ਕਿ ਕਾਕਾ ਮੈਂ ਤੇ 10ਵੀਂ ਪੜ੍ਹਿਆ, ਹੁਣ ਮੇਰੇ ਕੋਲ ਦਸਖਤ ਉੱਥੇ ਕਰਾ ਦੀ ਜਿੱਥੇ ਮੈਨੂੰ ਕਿਤੇ ਅੰਦਰ ਨਾ ਕਰਵਾ ਦੀ, ਕਿ ਮੇਰੇ ਕੋਲ ਦਸਖਤ ਮੇਰੇ ਉੱਥੇ ਹੀ ਕਰਾਈ ਜਿੱਥੇ ਕਿਤੇ ਮੇਰੇ ਅੰਦਰ ਦਾ ਰਾਹ ਨਾ ਕਿਤੇ ਖੋਲਦੀ, ਤੇ ਬਾਕੀ ਕੰਮ ਸਾਰੇ ਹੀ ਠੀਕ। ਸੋ ਗੱਲ ਇਹ ਸੀ ਕਿ ਇੱਥੋਂ ਤੱਕ ਅਸੀਂ ਆਪਣੀ ਬਿਊਰੋਕ੍ਰੇਸੀ ਤੇ ਆਪਣੇ ਅਫਸਰਾਂ ਤੇ ਨਿਰਭਰ ਹੋ ਜਾਂਦੇ ਹਾਂ। ਉਹ ਤਾਂ ਹੁੰਦੇ ਆ ਕਿਉਂਕਿ ਸਾਨੂੰ ਨਾ ਤੇ ਕੋਈ ਰਿਸਰਚ ਕਰਦਾ, ਨਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਨਾ ਆਪਾਂ ਹੀ ਸਮਝਣ ਦੀ ਕੋਸ਼ਿਸ਼ ਕਰੀ। ਇੱਕ ਕਿਸਮ ਮੈਂ ਫੇਰ ਗੁਜ਼ਾਰਿਸ਼, ਜਦੋਂ ਐਤਕੀ ਕੈਮਰਾ ਚੱਲੇ ਕਹਿੰਦੇ ਸਾਰਿਆਂ ਤੇ ਬਰਾਬਰ ਚਲਾ, ਸੋ ਦੈਟ ਐਵਰੀਬਡੀ, ਕੋਈ ਵੀ ਅਪੋਜ਼ ਨਹੀਂ ਕਰੇਗਾ। ਮੈਂ ਇਹ ਤਾਂ ਚਾਹੁੰਦਾ ਕਿ ਸਾਰੇ ਬੰਦੇ ਚਾਹੁੰਦੇ ਕਿ ਸਾਡਾ ਵਿਊ ਪੁਆਇੰਟ ਵੀ ਰੱਖਿਆ। ਅਸੀਂ ਵੀ ਜਿੱਥੇ ਕਿਤੇ ਗਵਰਨਮੈਂਟ 'ਚ ਕੋਈ 19-21 ਪਾਉਂਦੇ ਹਾਂ, ਅਸੀਂ ਤੁਹਾਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਮੈਨੂੰ ਇਹ ਪੂਰਨ ਆਸ ਹੈ ਕਿ ਤੁਸੀਂ ਉਸੇ ਮੁਤਾਬਕ ਹੀ ਚੱਲੋਗੇ। ਸਾਰਿਆਂ ਨੂੰ ਪਹਿਲੇ ਤੇ ਸਪੀਕਰ ਸਾਹਿਬ, ਮੈਂ ਤੁਹਾਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨਾ ਚਾਹਾਂਗਾ ਕਿ ਜਦੋਂ ਪਹਿਲਾ ਸੈਸ਼ਨ ਸੀ ਉਦੋਂ ਮੈਂ ਤੁਹਾਨੂੰ ਰਾਏ ਦਿੱਤੀ ਸੀ ਕਿ ਕਿਉਂਕਿ ਦਾਸ ਨੂੰ ਮੌਕਾ ਮਿਲਿਆ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਸਰਵ ਕਰਨ ਦਾ, ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਅਸੀਂ ਉੱਥੇ ਇਕੱਠੇ ਹੀ ਰਹੇ ਹਾਂ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਸਾਰੇ ਟੂਲਸ ਨੂੰ ਇਹ ਬਹੁਤ ਸੁਚੱਜੇ ਢੰਗ ਨਾਲ ਇਸਤੇਮਾਲ ਕਰਦੇ ਰਹੇ ਨੇ। ਇੱਕੋ ਟੂਲ ਰਹਿ ਗਿਆ ਸੀ ਸਰਕਾਰ ਚਲਾਉਣ ਦਾ, ਉਹ ਇਹਨਾਂ ਨੂੰ ਹੁਣ ਮਿਲ ਗਿਆ। ਸਰਕਾਰਾਂ ਨੂੰ ਕੰਮ ਰੋਕਣ ਦਾ ਟੂਲ ਜਿਹੜਾ ਸੀ ਉਹ ਤੇ ਬਿਹਤਰੀਨ ਚਲਾਇਆ, ਉਹ ਹੁਣ ਤੁਸੀਂ ਸਾਨੂੰ ਫੜਾਤਾ। ਤੋ ਇਸ ਗੱਲ ਕਰ ਦੋਨਾਂ ਦਾ ਤਾਲਮੇਲ ਆਪਸ 'ਚ ਹੋਣਾ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਰੂਰੀ। ਜਿੰਨਾ ਜ਼ਰੂਰੀ ਰੂਲਿੰਗ ਪਾਰਟੀ 'ਚ ਰਹਿਣਾ ਹੈ, ਉਨਾ ਹੀ ਜ਼ਰੂਰੀ ਆਪੋਜੀਸ਼ਨ ਦਾ ਰੋਲ ਹੈ, ਕਿਉਂਕਿ ਅਸੀਂ ਹਮੇਸ਼ਾ ਕੁਰਾਏ ਜਾਂਦੀ ਹੋਈ ਗੱਡੀ ਨੂੰ ਰਾਹ ਵਿਖਾਉਣਾ ਹੁੰਦਾ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਣਗੀਆਂ ਤਾਂ ਹੀ ਡੈਮੋਕ੍ਰੇਸੀ ਵਧੇਗੀ, ਫੁੱਲੇਗੀ। ਤੋ ਇੱਥੇ 4 ਅਜ਼ੀਮ ਪਰਸਨੈਲਿਟੀਜ਼ ਬੈਠੀਆਂ ਨੇ ਮੰਚ ਉੱਤੇ। ਮਾਨ ਸਾਹਿਬ ਨਾਲ ਲਗਾਤਾਰ 10 ਸਾਲ ਉੱਥੇ ਪਾਰਲੀਮੈਂਟ 'ਚ ਇਕੱਠੇ ਕਰਨ ਦਾ ਮੌਕਾ, ਕੰਮ ਕਰਨ ਦਾ ਮੌਕਾ ਮਿਲਿਆ। ਬਹੁਤ ਨਜ਼ਦੀਕੀ ਰਿਲੇਸ਼ਨਸ਼ਿਪ ਵੀ ਰਹੀ ਹੈ। ਵਿਰੋਧੀ ਵੀ ਇੱਕ ਸੀ, ਲੜਦੇ ਵੀ ਉੱਥੇ ਇਕੱਠੇ ਰਹੇ ਆ। ਇੱਥੇ ਗੱਲ ਵੱਖਰੀ ਹੈ ਕਿ ਇੱਕ ਦੂਜੇ ਦੇ ਵਿਰੋਧ 'ਚ ਆ ਕੇ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਬੈਠ ਗਏ। ਇਹਨੂੰ ਹੀ ਖੂਬਸੂਰਤੀ ਡੈਮੋਕ੍ਰੇਸੀ ਦਾ ਕਿਹਾ ਜਾਂਦਾ। ਸੰਧਵਾ ਸਾਹਿਬ ਇਹਨਾਂ ਦੇ ਪਰਿਵਾਰ ਨਾਲ ਪੁਰਾਣੇ ਤੋਲਕ ਨੇ, ਗਿਆਨੀ ਜੀ ਤੋਂ ਲੈ ਕੇ ਸਾਡੇ ਨਾਲ ਨਿੱਜੀ ਸੰਬੰਧ ਇਹ ਰੱਖਦੇ ਨੇ। ਡਾਕਟਰ ਨਿੱਜਰ ਸਾਹਿਬ ਮੇਰੇ ਸਕੂਲ 'ਚ ਮਾਨ ਸਾਹਿਬ 1 ਸਾਲ ਸੀਨੀਅਰ ਸਨ। ਹਾਂ, ਮੇਰੇ ਨਾਲ 1 ਸਾਲ PPS ਨਾਭਾ ਸੀਨੀਅਰ ਸੀ। ਤੋ ਇਸ ਗੱਲ ਕਾਰਨ ਤੁਸੀਂ ਪਾਰਲੀਮੈਂਟਰੀ ਅਫੇਅਰਸ ਦਾ ਮਿਨਿਸਟਰ ਹੀ ਉਹ ਚੁਣਿਆ ਜਿਹਦੀ ਸਾਨੂੰ ਅਖੀਰ ਜਿਹੜਾ ਵੀ ਹੁੰਦਾ ਉਹ ਸਾਨੂੰ ਮੰਨਣੀ ਪੈਂਦੀ, ਕਿਉਂਕਿ ਸਾਡੇ ਸੀਨੀਅਰ ਨੇ, ਵੱਡੇ ਭਾਈ ਨੇ। ਰੋੜੀ ਸਾਹਿਬ ਨੂੰ ਤੁਸੀਂ ਮੇਰੇ ਲਿਆ ਕੇ ਸੱਜੇ ਬਿਠਾ ਦਿੱਤਾ, ਉਹੀ ਸਾਨੂੰ ਬੰਨ੍ਹ ਕੇ ਰੱਖ ਲਿਆ ਤੁਸੀਂ। ਸੋ ਇਹ 4 ਅਜ਼ੀਮ ਸ਼ਖਸੀਅਤਾਂ ਉਹ ਨੇ। ਸੋ ਬਹੁਤ ਹੀ ਮੈਂ ਮੁਬਾਰਕ ਇਸ ਗੱਲ ਦੀ ਗਵਰਨਮੈਂਟ ਨੂੰ ਤੇ ਸਪੀਕਰ ਸਾਹਿਬ ਨੂੰ ਦੇਣਾ ਚਾਹੁੰਦਾ ਕਿ ਮੈਂ ਪਹਿਲੇ ਹੀ ਰਾਏ ਦਿੱਤੀ ਸੀ ਕਿ ਸਪੀਕਰ ਸਾਹਿਬ, ਜਦੋਂ ਅਸੀਂ ਵੀ 3 ਦਫਾ ਪਹਿਲੇ ਮੈਂ MLA ਰਿਹਾ, ਹੁਣ ਚੌਥੀ ਟਰਮ ਹੈ, ਅਸੀਂ ਵੀ ਭਲਵਾਨੀ ਗੇੜਾ ਹੀ ਲਾਉਂਦੇ ਹੁੰਦੇ ਸੀ। ਮਾਨ ਸਾਹਿਬ ਲਾਇਬ੍ਰੇਰੀ ਜਾਣ ਦੀ ਇੱਥੇ ਆਦਤ ਹੀ ਕਿਸੇ ਨੂੰ ਹੈ ਨਹੀਂ, ਨਾ ਕਿਸੇ ਮਿਨਿਸਟਰ ਨੂੰ ਹੈ। ਜਦੋਂ ਅਸੀਂ ਵੀ ਰਹੇ ਅਸੀਂ ਵੀ ਕਦੀ ਨਹੀਂ ਗਏ। ਮੌਕੇ ਤੇ ਤਿਆਰੀ ਕਰਨੀ, ਜੋ ਸਵਾਲ ਆ ਜਾਣਾ ਉਸ ਦਿਨ ਸਵੇਰੇ ਆਪਣੇ ਅਫਸਰ ਸਾਧਨ ਕਿ ਆ ਜਾਓ 8 ਵਜੇ, ਦੱਸੋ ਕਰਨਾ ਕੀ ਹੈ। 1-2 ਸਪਲੀਮੈਂਟਰੀਆਂ ਜੇ ਨਹੀਂ ਵੀ ਜਵਾਬ ਸੋਚਦਾ ਖੱਬੇ ਸੱਜੇ ਤੋੜ ਦੇਣਾ ਮੈਂਬਰ ਕੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜਾ ਸਪੈਸ਼ਲੀ ਤੁਸੀਂ ਹੁਣ ਉਪਰਾਲਾ ਕੀਤਾ,
एंड स्पेशल जिहड़ा महात्मा गांधी स्टेट इंस्टीट्यूट ऑफ पब्लिक एडमिनिस्ट्रेशन है, तिवाड़ी साहब जिहड़े बहुत ही कामयाब सिविल सर्वेंट ने ਉਹਨੂੰ कर रहे ने। ये ट्रेनिंग बहुत ज़्यादा जरूरी है, स्पेशली मिनिस्टर्स वास्ते भी, क्योंकि सारे पहली दफा तुहानूं मौका मिले, बहुत वड्डा फतवा तुहाडे हक च पंजाब ने दिता है, वही एक्सपैक्टेशनस पंजाब के लोगों नूं तुहाडे कोलों ने। मैं गुजारिश तुहानूं करूंगा, जिस तरह दिल्ली दे विच मान साहब तुहानूं भी पता है, सानूं सारिआं नूं उत्थे लैजिस्लेटिव असिस्टेंट्स मिले, लैम्स असीं कहिंदे सी उन्हां नूं। इस तरह ही मेरी एक राय है कि जे आपां सारे MLAs नूं या मिनिस्टर्स नूं एक एक साइन नहीं कर सकते, तो 10-12 का एक ग्रुप बढ़ा दीए जिहड़ा इत्थे असैंबली च बैठा करे। जिस MLA भावें ओपोजिशन दे, भावें रूलिंग वालियां ने या मिनिस्टर्स ने कोई चीज़ ते भी बोलना है, उहदी रिसर्च वर्क वो करके रिसर्च वो देन, सो दैट उन्हां दा काम सौखा हो सके। मिनिस्टर्स नूं भी अपने महकमे बारे वेखो, कोई भी जदों इत्थे आंदा पहले हत्थों किसी नूं भी कोई तजर्बा नहीं, डिपार्टमेंट तुसीं देने ने, उदों उहनूं समझ आनी शुरू होंदी कि पता करिए। अच्छा जिहड़े अफसर ने, मान साहब ये बुरा ना महसूस करियो, ये भी बड़े पढ़े लिखी क्लास है, इन्हां दी कोशिश ये रहिंदी है कि मिनिस्टर नूं ना ही समझ आए तो काम तुहाडा सैट रहेगा, क्योंकि जदों इन्हां नूं समझ आ गई फिर इन्हां दी सुनवाई घट जानी। जिन्ना चिर मंत्री नूं समझ ना आती रही इन्हां दी सुनवाई जारी रहनी। तो ये एक बहुत ज्यादा जरूरी गल है कि मिनिस्टर्स नूं पहले अपने महकमे ते पकड़ होनी चाहिए। असीं मिनिस्टर रहे, पढ़े लिखे सी, असीं ये कोशिश करते रहे एक लोकां नूं ये दस्सण दी कि सानूं सारी जानकारी, विच सानूं कुछ भी नहीं सी पता हुंदा। अफसर भी सानूं कोई नहीं समझाते, जिन्हां दा बेसिक जिहड़ा सैकटरी टू मिनिस्टर ਉਹਦਾ बेसिक रोल है कि ਜਿਹੜਾ सैकटरी है जिन्हें घट तो घट 20-25 साल के तजर्बे तो बाद गवर्नमेंट का सैकटरी बनया एंड द मिनिस्टर इज द गवर्नमेंट, उन्होंने सारे महकमे की राय दे। कदे भी किसी ने 4 चीफ मिनिस्टर्स नाल दास नूं मौका मिलिया एज ए मिनिस्टर काम करने का, बट किसी एक भी सैकटरी ने कभी मैनू आके अपने डिपार्टमेंट बारे होलिस्टिक व्यू जिहड़ा बर्ड्स व्यू हुंदा कभी नहीं दिता। उन्हां दी कोशिश ये सी, मैनू याद है एक साडे अनफॉर्चुनेटली बड़े पुराने तजर्बेकार मिनिस्टर रहे ने, किसी होर जमात में सन, ना तुहाडी ना मेरी, बट बहुत पिछले दिन ही परमात्मा नूं स्वर्ग सुधार गए हो। उन्होंने महकमा दे दिता कोऑपरेटिव्स का। उन्होंने अपने सैकटरी नूं सद के गल कही कि काका मैं तो 10वीं पढ़िया, हुण मेरे को दस्खत उत्थे करा दी जिथे मैनू कदे अंदर ना करवा दी, कि मेरे को दस्खत मेरे उत्थे ही कराई जिथे किते मेरे अंदर दा राह ना किते खोल दी, तो बाकी काम सारे ठीक। सो गल ये सी कि इत्थों तक असीं अपनी ब्यूरोक्रेसी ते अपने अफसरां ते निर्भर हो जाने हैं। वो तां हुंदे आ क्योंकि सानू ना तो कोई रिसर्च करता, ना सानू समझाने की कोशिश करता, ना आपां ही समझण की कोशिश करी। मेरी अगली राय स्पीकर साहब तुहानूं ये होएगी, हमेशा ही तुसीं भी जदों ओपोजिशन सी, मैनूं पता है भावें मैं दिल्ली सी, बट मैं तुहानूं क्लोजली फॉलो करता रहा, तुहाडा भी जोर हुंदा सी कि सैशन लंबा होना चाहिए। पिछला विंटर सैशन ही मिसिंग हो गया, चलो कोई गल नहीं, 1 साल ही अजे गुजरिया। मैनूं पूर्ण एक्सपैक्टेशनस ने तुहाडे कि आपां तीनों सैशनस, जिहड़ा पहला बजट दा, फिर मॉनसून है, फिर विंटर सैशन है, ये जरूर करया करिए। लंबा ना सही 15-15 दिन मान साहब जरूरी चाहिए। एक तो MLAs नूं मिनिस्टर्स दी भी बहुत हद तक टाइम, जे इत्थे बैठोगे सवाल आएंगे, सवालों के जवाब वास्ते रिसर्च होएगी, पढ़ लिखणगे, अपना काम जान सकणगे। फिर इंपॉर्टेंट टूल्स जिस तरह हुण पिछले सैशन मान साहब मैं राय देना इत्थे चाहना स्पीकर साहब नूं कि तुसीं अजे चंद दिनों बाद अपना बजट सैशन बुलाना, सवाल करना जिहड़ा सारे नूं इंपॉर्टेंट चीज़ है। साडे जिहड़े टूल्स दा तुसीं गल कीती, क्वेश्चन आर है, पिछले सैशन दे विच क्वेश्चन आर ही मिसिंग सी, क्योंकि इक्को दम पैर ते आपां सैशन बुला लिया। 15 दिन का प्रायर नोटिस चाहिए। ये भी कृपा करके हुण सैशन बुलाना है, तुसीं एक अद्धे दिन च इहदी अनाउंसमेंट कर लो। तो मेरी एक राय होएगी स्पीकर साहब नूं कि ये जिहड़े 15 दिन सी, ये पुराना वक्त सी, हुण ते डिजिटल टूल्स आ गए ने, अफसरां नूं बहुता टाइम नहीं चाहिए प्रिपेयर करने वास्ते। विदिन मिनट्स व्हाट्सएप ते बाकी चीज़ां तहसील लैवल तो भी जे कोई तुसीं इंफॉर्मेशन लैनी है विदिन मिनट्स आ जाती। ये 7 दिन कर दिता जाए स्पीकर, मेरी गुजारिश है तुहानूं 7 दिन आपां करिए। इहदे विच
ਜਿਹੜੇ ਪਹਿਲੇ 15 ਦਿਨ ਦਾ ਨੋਟਿਸ ਸੀ ਉਹਨੂੰ ਘਟਾ ਦਿੱਤਾ ਜਾਏ। ਇੱਕ ਬੜੀ ਸਪੀਕਰ ਸਾਹਿਬ ਤੁਹਾਡੇ ਨੋਟਿਸ ਲੈ ਕੇ ਆਣਾ ਚਾਹੁੰਦਾ ਮੈਂ, ਡਾਕਟਰ BR ਅੰਬੇਦਕਰ ਸਾਹਿਬ ਜਿਹੜੇ ਨਿਰਮਾਤਾ ਸੀ ਕਨਸਟੀਟਿਊਸ਼ਨ, ਉਹਨਾਂ ਦਾ ਮੰਨਣਾ ਸੀ ਕਿ ਪਾਰਲੀਮੈਂਟ ਜਿਹੜੀ ਵੈਸਟਰਨ ਪਾਰਲੀਮੈਂਟਸ ਵੀ ਸਾਰੀਆਂ ਤਕਰੀਬਨ, ਮਾਨ ਸਾਹਿਬ ਤੁਹਾਨੂੰ ਯਾਦ ਹੋਏਗਾ, ਸਾਲ 'ਚ 120 ਦਿਨ ਮਿਲਦੀ ਐਵਰੇਜ ਸਾਰੀ। ਹਿੰਦੁਸਤਾਨ ਦੀ ਪਾਰਲੀਮੈਂਟ ਵੀ ਆਪਣੀ ਤਕਰੀਬਨ 100 ਦਿਨ ਚੱਲਦੀ ਹੈ, ਅੱਗੇ ਨੂੰ ਘਟੀ ਹੈ ਤਕਰੀਬਨ 100 ਦਿਨ। ਸ਼ੁਰੂ ਦੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਜਦੋਂ ਅਸੀਂ ਇਕੱਠੇ ਸੀ, ਅਸੀਂ ਵੀ ਤਕਰੀਬਨ 80 ਦਿਨ ਚੱਲਦੇ ਰਹੇ। ਫਿਰ ਜਦੋਂ 1966 ਤੋਂ ਬਾਅਦ ਪੰਜਾਬ ਬਣਿਆ, ਚੰਦ ਸਾਲ ਪਾਰਲੀਮੈਂਟ ਰਾਜ, ਜਦੋਂ 1986 ਦੇ ਵਿੱਚ ਪ੍ਰੈਜ਼ੀਡੈਂਟਸ ਰੂਲ ਇੱਥੇ ਲੱਗਾ, ਐਵਰੇਜ ਸਾਡੀਆਂ 42 ਸਿਟਿੰਗ ਸੀ, ਹੁਣ ਘਟ ਕੇ 8 ਤੋਂ 9 ਹੋ। ਤਾਂ ਮੇਰੀ ਤੁਹਾਡੇ ਤੋਂ ਵੇਖੋ ਐਕਸਪੈਕਟੇਸ਼ਨਸ ਦੇ, ਇਹ ਐਕਸਪੈਕਟੇਸ਼ਨ ਆਪਾਂ ਪੂਰੀ ਕਰੀਏ। ਇਹਦੇ ਵਿੱਚ ਬਹੁਤ, ਇੱਕ ਤੇ ਮਿਨਿਸਟਰਸ ਨੂੰ ਮਿਲਣ ਦਾ, MLAs ਨੂੰ ਮਿਲਣ ਦਾ, ਆਪਸੀ ਰਾਬਤਾ ਵੀ ਹੋਣਾ ਜ਼ਰੂਰੀ, ਇਹ ਵੀ ਬਹੁਤ ਜ਼ਰੂਰੀ ਹੈ। ਕੁਐਸਚਨ ਆਰ ਦੇ ਵਿੱਚ ਜਿੰਨੇ ਮੈਂਬਰਸ ਨੇ ਆਪਣੇ ਏਰੀਆ ਦੀ ਗੱਲ ਕਰ ਸਕਦੇ, ਏਰੀਆ ਦੀ ਹੁਣ ਕਿਸੇ ਨੂੰ ਗੱਲ ਰੱਖਣ ਦਾ ਮੌਕਾ ਹੀ ਨਹੀਂ ਮਿਲਦਾ। ਹਸਪੀਟਲਸ ਦੀ ਗੱਲ ਹੈ, ਤੁਹਾਡੇ ਆਪਣੇ ਵੇਰੀਅਸ ਵੱਖ-ਵੱਖ ਡਿਪਾਰਟਮੈਂਟਸ ਨੇ, ਸਕੂਲਸ ਨੇ, ਐਜੂਕੇਸ਼ਨ ਹੈ, ਬਿਜਲੀ ਦਾ ਮਹਿਕਮਾ, ਹੋਰ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਨ ਦਾ ਤਾਂ ਹੀ ਮੌਕਾ ਮਿਲੇਗਾ ਜੇ ਅਸੀਂ ਸੈਸ਼ਨ ਥੋੜਾ ਜਿਹਾ ਲੰਬਾ ਇਹਦੇ ਵਿੱਚ ਵਧਾਵਾਂਗੇ। ਇਹਦੇ ਫਿਰ 0R ਹੈ, ਕੌਲਿਕ ਅਟੈਂਸ਼ਨਸ ਹੈ ਨੇ, ਐਡਜਰਨਮੈਂਟ ਮੋਸ਼ਨ ਹੈ, ਸਬਸਟੈਂਟਿਵ ਮੋਸ਼ਨਸ ਹੈ ਨੇ, ਪ੍ਰਾਈਵੇਟ ਮੈਂਬਰਸ ਬਿੱਲ ਬਹੁਤ ਇੰਪੋਰਟੈਂਟ ਹੈ, ਉੱਥੇ ਆਂਦਾ ਰਿਹਾ। ਸੈਸ਼ਨ ਥੋੜਾ ਜਿਹਾ ਲੰਬਾ ਕਰਾਂਗੇ ਤਾਂ ਬਹੁਤ ਟੈਲੈਂਟ ਹੈ, ਨਵੇਂ MLA 'ਚ ਪੜ੍ਹ ਕੇ ਆਏ ਨੇ, ਪੁਰਾਣਿਆਂ 'ਚ ਬਹੁਤ ਸਾਰਾ ਟੈਲੈਂਟ ਹੈ, ਤਾਂ ਵੀ ਮਸਟ ਗਿਵ them ਓਪਰਚੁਨਿਟੀ। ਤਾਂ ਮੈਂ ਇਸ ਨੂੰ ਵੈਲਕਮ ਕਰਨਾ ਜਿਹੜਾ ਤੁਸੀਂ ਇਹ ਨਵੀਂ ਪਹਿਲ ਕਦਮੀ ਕੀਤੀ ਹੈ, ਤੇ ਮੈਂ ਤੁਹਾਨੂੰ ਆਪੋਜੀਸ਼ਨ ਵੱਲੋਂ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ, ਅਸੀਂ ਗਵਰਨਮੈਂਟ ਦੇ ਕੰਧੇ ਨਾਲ ਕੰਧਾ ਲਾ ਕੇ ਚੱਲਣ ਨੂੰ ਤਿਆਰ ਹਾਂ। ਜਿੱਥੇ ਪੰਜਾਬ ਦੀ ਗੱਲ, ਸੈਂਟਰ ਦਾ ਵੀ ਤੁਸੀਂ ਜ਼ਿਕਰ ਕੀਤਾ ਕਈ ਜਗ੍ਹਾ ਤੇ, ਜਿੱਥੇ ਪੰਜਾਬ ਦਾ ਹੱਕ ਮਾਰਿਆ ਜਾਂਦਾ ਉਹਨੂੰ ਸੋਚੋ ਕਿ ਸਾਰੀ ਆਪੋਜੀਸ਼ਨ ਤੁਹਾਡੇ ਨਾਲ, ਪਹਿਲੇ ਆਪਾਂ ਸਾਰੇ ਪੰਜਾਬੀ ਹਾਂ, ਸਾਡੀ ਆਪਸੀ ਆਪੋਜੀਸ਼ਨ ਜਿਹੜੀ ਹੈ ਉਹ ਤੇ ਇੱਕ ਡੈਮੋਕ੍ਰੈਟਿਕ ਰਾਈਟ, ਅਸੀਂ ਕੋਈ ਵਿਚਾਰਧਾਰਕ ਸਾਡਾ ਡਿਫਰੈਂਸਸ ਹੋਣ, ਜੋ ਕੋਈ ਜ਼ਾਤੀ ਡਿਫਰੈਂਸਸ ਸਾਡੇ ਹੈ, ਤਾਂ ਜਿੱਥੇ ਵੀ ਪੰਜਾਬ ਦੀ ਲੜਾਈ ਹੈ, ਭਾਵੇਂ ਉਹ ਪਾਣੀਆਂ ਦੀ ਹੋਏ, ਭਾਵੇਂ ਸਾਡੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਹੋਏ, ਕੋਲੇ ਦੀ ਆ, ਬਿਲਕੁਲ ਤੁਸੀਂ ਬਹੁਤ ਬਿਹਤਰੀਨ, ਅੱਜ ਹੀ ਮੈਂ ਤੁਹਾਡਾ ਬਿਆਨ ਪੜ੍ਹ ਰਿਹਾ ਸੀ, ਸਾਡੇ ਵੀ ਮੈਂਬਰ ਆਫ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਵੀ ਤੁਹਾਨੂੰ ਉਹਦੇ ਤੇ ਸਪੋਰਟ ਕੀਤਾ ਕਿ ਕੋਲਾ ਇੰਨੇ ਸਮੁੰਦਰੋਂ ਪਾਰ ਹੁੰਦਾ ਹੋਇਆ ਗੁਜਰਾਤ ਦੇ ਜ਼ਰੀਏ ਸਾਨੂੰ ਕਿਹਾ ਜਾ ਰਿਹਾ ਟਰੱਕਾਂ ਦੇ ਜ਼ਰੀਏ ਲਿਆਓ, ਕਿਉਂ ਨਹੀਂ ਰੇਲਵੇ ਡਾਇਰੈਕਟਲੀ? ਮੇਰਾ ਗੱਲ ਜਿਹੜਾ ਯੂਨਿਟ ਬਿਜਲੀ 3.5 ਦੀ ਸੀ ਉਹ ਤੁਹਾਨੂੰ 5 ਰੁਪਏ ਦੀ ਪਏਗੀ, ਕਿਸ ਤਰ੍ਹਾਂ ਸੀ? ਹਾਂਜੀ 5.5 ਰੁਪਏ ਪਏਗੀ। ਸੋ ਇਹ ਸਾਰੀਆਂ ਚੀਜ਼ਾਂ 'ਚ ਅਸੀਂ ਤੁਹਾਡੇ ਨਾਲ, ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ। ਐਂਡ ਵੀ ਸ਼ੁੱਡ ਵਰਕ ਐਜ਼ ਅ ਵੈਰੀ ਕੰਸਟਰਕਟਿਵ ਹਾਊਸ। ਲੋਕਾਂ ਦੀ ਐਕਸਪੈਕਟੇਸ਼ਨ ਵੇਖੋ, ਬਹੁਤ ਵੱਡੇ ਵੱਡੇ ਲੋਕ ਇਸ ਅਸੈਂਬਲੀ 'ਚ ਰਹੇ, ਸਾਰੀ ਜ਼ਿੰਦਗੀ ਕਿਸੇ ਨੇ ਰਹਿਣਾ ਨਹੀਂ, ਤਾਂ ਵੀ ਸ਼ੁੱਡ, ਮੈਂ ਬਿਲਕੁਲ ਜਿਹੜੀ ਨਿੱਜਰ ਸਾਹਿਬ ਨੇ ਜ਼ਿਕਰ ਕੀਤਾ, ਸਨਵਾ ਸਾਹਿਬ ਨੇ ਜ਼ਿਕਰ ਕੀਤਾ ਕਿ ਸਾਨੂੰ ਇੱਥੇ ਜਦੋਂ ਖੜੇ ਹੋਏ, ਇੱਕ ਸਪੀਕਰ ਸਾਹਿਬ ਮੈਂ ਫੇਰ ਗੁਜ਼ਾਰਿਸ਼, ਜਦੋਂ ਐਤਕੀ ਕੈਮਰਾ ਚੱਲੇ ਕਾਈਂਡਲੀ ਸਾਰਿਆਂ ਦੇ ਬਰਾਬਰ ਚਲਾਓ, ਸੋ ਦੈਟ ਐਵਰੀਬਡੀ, ਕੋਈ ਵੀ ਅਪੋਜ਼ ਨਹੀਂ ਕਰੇਗਾ। ਮੈਂ ਇਹ ਤਾਂ ਚਾਹੁੰਦਾ ਕਿ ਸਾਰੇ ਬੰਦੇ ਚਾਹੁੰਦੇ ਕਿ ਸਾਡਾ ਵਿਊ ਪੁਆਇੰਟ ਵੀ ਰੱਖਿਆ। ਅਸੀਂ ਵੀ ਜਿੱਥੇ ਕਿਤੇ ਗਵਰਨਮੈਂਟ 'ਚ ਕੋਈ 19-21 ਪਾਉਂਦੇ, ਅਸੀਂ ਤੁਹਾਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਮੈਨੂੰ ਇਹ ਪੂਰਨ ਆਸ ਹੈ ਕਿ ਤੁਸੀਂ ਉਸੇ ਮੁਤਾਬਕ ਹੀ ਚੱਲੋਗੇ। ਸੋ ਲੰਬਾ ਨਾ ਜਾਂਦਾ ਹੋਇਆ, ਕਿਉਂਕਿ 10 ਮਿੰਟ ਮੈਨੂੰ ਮਿਲੇ ਸੀ। ਮੈਂ ਸਪੀਕਰ ਸਾਹਿਬ ਤੁਹਾਡਾ, ਡਿਪਟੀ ਸਪੀਕਰ ਸਾਹਿਬ ਦਾ, ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਦਾ, ਚੀਫ ਮਿਨਿਸਟਰ ਸਾਹਿਬ ਦਾ ਬਹੁਤ ਮਸ਼ਕੂਰ ਹਾਂ। ਆਪੋਜੀਸ਼ਨ ਨੂੰ ਤੁਸੀਂ ਇਹ ਤੇ ਬਕਾਇਦਾ ਤੌਰ ਇੱਜ਼ਤ ਦਿੱਤੀ, ਮਾਨ ਦਿੱਤੀ, ਤੇ ਅਸੀਂ ਇਹ ਯਕੀਨ ਦਿਵਾਉਂਦੇ ਹਾਂ ਐਜ਼ ਅ ਕੰਸਟਰਕਟਿਵ ਆਪੋਜੀਸ਼ਨ, ਜਿੱਥੇ ਵੀ ਪੰਜਾਬ ਦੀ ਤੇ ਗਵਰਨਮੈਂਟ ਦੇ ਵਿੱਚ ਅਸੀਂ ਜਿਹੜੇ ਨਵੇਂ ਕਾਨੂੰਨ, ਮੈਂ ਇਹ ਵੀ ਮਾਨ ਸਾਹਿਬ ਤੁਹਾਨੂੰ ਰਾਏ ਦਊਂਗਾ, ਲਾਅ ਕਮਿਸ਼ਨ ਨੂੰ ਤੁਸੀਂ ਬਕਾਇਦਾ ਤੌਰ ਡਿਊਟੀ ਲਗਾਓ। ਅਜੇ ਵੀ ਸਾਡੇ ਭਾਵੇਂ ਐਕਸਾਈਜ਼ ਦੇ ਨੇ, ਰੈਵਨਿਊ ਦੇ ਨੇ, ਕੋਈ ਵੀ ਕਾਨੂੰਨ ਨੇ 150-100 ਸਾਲ ਪੁਰਾਣੇ ਅੰਗਰੇਜ਼ਾਂ ਦੇ ਵਕਤ ਦੇ ਨੇ, ਕਿਉਂ ਨਹੀਂ ਆਪਾਂ ਨਵੇਂ ਕਾਨੂੰਨ ਲੈ ਕੇ ਆਉਂਦੇ, ਲੋਕਾਂ ਦੀ ਬਿਹਤਰੀ ਵਾਸਤੇ ਸਾਰਾ ਸਿਸਟਮ ਚੇਂਜ ਕਰ ਸਕੀਏ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਜੈ ਹਿੰਦ ਤੇ ਜੈ ਭਾਰਤ।